Dear students, today topic is economics of generation. In this topic, we discuss economics of generation, classification of cost of electric energy, expressions for cost of electric energy. तीन चीज़ां आपां जिहड़ियां ये डिस्कस करांगे. What is economics of generation? कहंदा the art of determining the cost of production of electric energy per unit is known as economics of power generation. मतलब कहंदा वो तरीका वो मैथड जिहदे नाल आपां कॉस्ट कट सकीए प्रोडक्शन की कॉस्ट की है इलैक्ट्रिक एनर्जी पर यूनिट एक यूनिट की किन्नी आपां कॉस्ट कट सकते हैं जिहड़ी कि सानूं इकोनॉमिकल रहे दैट इज़ कॉल्ड इकोनॉमिक्स ऑफ पावर जनरेशन. थल्ले आपां देखो दो छोटी छोटियां हैगियां डेफिनेशनस कह लो जां इहदे नाल रिलेटेड टॉपिक हैगा इंटरस्ट. ਹੁਣ ਵਟ ਇਜ਼ ਇੰਟਰਸਟ ਕਹਿੰਦਾ ਦਾ ਕਾਸਟ ਆਫ ਯੂਜ਼ ਆਫ ਮਨੀ ਇਜ਼ ਨੋਨ ਐਜ਼ ਇੰਟਰਸਟ. ਮਤਲਬ ਕਹਿੰਦਾ ਹੈ ਕਿ ਇੰਟਰਸਟ ਜਦੋਂ ਆਪਾਂ ਕੋਈ ਪਲਾਂਟ ਲਗਾਉਣਾ ਹੈਗਾ ਮੰਨ ਲਓ ਕੋਈ ਪਾਵਰ ਪਲਾਂਟ ਲਗਾਉਣਾ ਉਹਦੇ ਲਈ ਆਪਾਂ ਨੂੰ ਪੈਸੇ ਦੀ ਜ਼ਰੂਰਤ ਪੜੇਗੀ ਤਾਂ ਪੈਸਾ ਜਿਹੜਾ ਆਪਾਂ ਕਿੱਥੋਂ ਲੈ ਕੇ ਆਉਣਾ ਹੈਗਾ. ਪੈਸਾ ਜਿਹੜਾ ਆ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹਾਂ. ਜਾਂ ਤਾਂ ਆਪਣੇ ਕੋਲ ਸਰਪਲਸ ਪੈਸਾ ਪਿਆ ਆ ਉਹ ਆਪਾਂ ਯੂਜ਼ ਕਰਾਂਗੇ. ਹੁਣ ਜਦੋਂ ਗੌਰਮੈਂਟਸ ਜਾਂ ਇੰਡੀਵਿਜੂਅਲ ਕੋਈ ਸਰਪਲਸ ਪੈਸਾ ਪਿਆ ਜਿਹੜਾ ਯੂਜ਼ ਕਰਦਾ ਉਹ ਸਰਪਲਸ ਪੈਸਾ ਜਿਹੜਾ ਆਪਾਂ ਸਰਕਲ ਦੇ ਵਿੱਚ ਰੱਖਿਆ ਹੁੰਦਾ ਜਿੱਦਾਂ ਕੋਈ ਬੈਂਕ ਦੇ ਵਿੱਚ ਰੱਖਿਆ ਹੁੰਦਾ ਜਾਂ ਕਿਸੇ ਤਰ੍ਹਾਂ ਅਗਰ ਆਪਾਂ ਪੈਸਾ ਯੂਜ਼ ਕਰ ਲਾਂਗੇ ਤਾਂ ਸਾਨੂੰ ਉਹਦਾ ਇੰਟਰਸਟ ਨਹੀਂ ਮਿਲੇਗਾ. ਸਾਡਾ ਇੰਟਰਸਟ ਮਰ ਜਾਏਗਾ. ਇੱਕ ਸਾਨੂੰ ਇਹ ਘਾਟਾ ਪਏਗਾ ਦੈਟ ਇਜ਼ ਇੰਟਰਸਟ. ਬਟ ਦੂਸਰੇ ਪਾਸੇ ਅਗਰ ਆਪਾਂ ਬੈਂਕ ਤੋਂ ਬੋਰੋ ਮਨੀ ਉਧਾਰ ਮਨੀ ਲੈਂਦੇ ਹਾਂ ਬੈਂਕ ਤੋਂ ਉਧਾਰ ਚੱਕਦੇ ਹਾਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਇੰਨਾ ਲੋਨ ਦਿਓ ਜੀ ਅਸੀਂ ਇੱਕ ਪਾਵਰ ਪਲਾਂਟ ਬਣਾਉਣਾ ਤਾਂ ਬੈਂਕ ਕਹੇਗੀ ਨੈਚੁਰਲ ਹੈ ਕਿ ਸਾਨੂੰ ਇਹਦੇ ਲਈ ਇੰਟਰਸਟ ਵੀ ਚਾਹੀਦਾ ਹੈਗਾ ਸਾਨੂੰ ਇੰਟਰਸਟ ਪੇ ਕਰੋ. ਤਾਂ ਉਹ ਜਿਹੜਾ ਇੰਟਰਸਟ ਹੈ ਉਹ ਆਪਾਂ ਕਾਸਟ ਦੇ ਵਿੱਚ ਐਡ ਕਰਨਾ ਹੈਗਾ. ਚਾਹੇ ਉਹ ਮਨੀ ਆਪਾਂ ਆਪਣੇ ਕੋਲੋਂ ਖਰਚ ਕਰ ਰਹੇ ਹਾਂ ਨਹੀਂ ਅਗਰ ਆਪਾਂ ਉਹਦੀ ਸੇਵਿੰਗ ਕਰਦੇ ਤਾਂ ਉਹ ਇੰਟਰਸਟ ਮਿਲਣਾ ਸੀ ਜਾਂ ਆਪਾਂ ਬੈਂਕ ਦੇ ਵਿੱਚੋਂ ਮਨੀ ਜਿਹੜੀ ਉਧਾਰ ਲੈਂਦੇ ਹਾਂ ਉਹਦਾ ਆਪਾਂ ਇੰਟਰਸਟ ਜਿਹੜਾ ਪੇ ਕਰਦੇ ਹਾਂ ਦੈਟ ਕਾਸਟ ਜਿਹੜੀ ਆ ਉਹ ਉਸ ਇੰਟਰਸਟ ਨੂੰ ਆਪਾਂ ਕਾਸਟ ਮੰਨ ਕੇ ਉਸ ਜਨਰੇਸ਼ਨ ਦੇ ਵਿੱਚ ਉਹਨੂੰ ਐਡ ਕਰਨਾ ਹੈਗਾ. ਡੈਪਰੀਸ਼ੀਏਸ਼ਨ ਵੈਲਿਊ ਕੀ ਹੁੰਦੀ ਹੈ. ਡੈਪਰੀਸ਼ੀਏਸ਼ਨ ਕੀ ਹੁੰਦਾ ਦਾ ਡਿਕਰੀਜ਼ ਇਨ ਦਾ ਵੈਲਿਊ ਆਫ ਪਾਵਰ ਪਲਾਂਟ ਇਕਵਿਪਮੈਂਟ ਐਂਡ ਬਿਲਡਿੰਗ ਡਿਊ ਟੂ ਕੌਨਸਟੈਂਟ ਯੂਜ਼ ਇਜ਼ ਨੋਨ ਐਜ਼ ਡੈਪਰੀਸ਼ੀਏਸ਼ਨ. ਮੰਨ ਲਓ ਕੋਈ ਆਪਾਂ ਆਲਟਰਨੇਟਰ ਜਾਂ ਕੋਈ ਆਪਾਂ ਪਾਵਰ ਹਾਊਸ ਲਗਾਉਂਦੇ ਉਹਦੇ ਆਪਾਂ ਕੁਛ ਜੋ ਵੀ ਮਸ਼ੀਨਰੀਜ਼ ਵਗੈਰਾ ਲਗਾਈ ਆ ਆਪਾਂ 10 15 20 ਸਾਲ ਚਲਾਉਂਦੇ ਹਾਂ ਉਸ ਤੋਂ ਬਾਅਦ ਜਿਹੜੀ ਮਸ਼ੀਨ ਆ ਉਹਦੀ ਡੈਪਰੀਸ਼ੀਏਸ਼ਨ ਹੋ ਕੇ ਘਸ ਕੇ ਮਸ਼ੀਨ ਦੀ ਵੈਲਿਊ ਜਿਹੜੀ ਉਹ ਘਟ ਜਾਂਦੀ ਹੈਗੀ ਆ ਉਹਨੂੰ ਆਪਾਂ ਕਹਿੰਦੇ ਡੈਪਰੀਸ਼ੀਏਸ਼ਨ ਵੈਲਿਊ. ਮੰਨ ਲਓ ਇੱਕ ਕੋਈ ਆਲਟਰਨੇਟਰ ਸਪੋਜ਼ ਕਰੋ ਆਪਾਂ ਪਹਿਲਾਂ 10 ਕਰੋੜ ਦਾ ਲਿਆ ਸੀ ਆਪਾਂ ਨੂੰ 15 ਸਾਲ 10 ਸਾਲ ਚਲਾਇਆ ਹੁਣ ਲੇਕਿਨ ਉਹ ਜਿਹੜਾ ਉਹ ਖਤਮ ਹੋ ਚੁੱਕਾ. ਆਪਾਂ ਜਦੋਂ ਉਹਨੂੰ ਮਾਰਕੀਟ 'ਚ ਵੇਚਣ ਜਾਵਾਂਗੇ ਤਾਂ ਉਹ ਕਿੰਨੇ ਦਾ ਪਊਗਾ. ਮੰਨ ਲਓ ਉਹ 10 ਕਰੋੜ ਦਾ ਜਿਹੜਾ 2 ਕਰੋੜ ਦਾ ਰਹਿ ਗਿਆ. ਹੁਣ ਉਹਦੀ ਡੈਪਰੀਸ਼ੀਏਸ਼ਨ ਕਿੰਨੀ ਹੋ ਗਈ 8 ਕਰੋੜ. ਹੁਣ ਲੇਕਿਨ ਜਦੋਂ ਆਪਾਂ ਮਾਰਕੀਟ 'ਚ ਨਵਾਂ ਜਨਰੇਟਰ ਲਗਾਉਣਾ ਹੁਣ ਆਲਟਰਨੇਟਰ ਲਾਉਣਾ ਵੀ ਤਾਂ ਹੈਗਾ ਨਾ ਉਹਦੀ ਜਗ੍ਹਾ 'ਤੇ ਜਦੋਂ ਆਪਾਂ ਨਵਾਂ ਲਾਉਣ ਜਾਵਾਂਗੇ ਤਾਂ ਮੰਨ ਲਓ ਉਹ 15 ਕਰੋੜ ਦਾ ਹੋ ਗਿਆ. ਮਤਲਬ ਪਹਿਲਾਂ ਆਪਾਂ 10 ਕਰੋੜ ਦਾ ਲਿਆ ਸੀ 2 ਕਰੋੜ ਦਾ ਵਿਕਿਆ 8 ਕਰੋੜ ਸਾਨੂੰ ਘਾਟਾ ਪਿਆ ਪਲੱਸ 15 ਕਰੋੜ ਦਾ ਹੋ ਗਿਆ 8 ਕਰੋੜ ਸਾਡੇ ਕੋਲ ਆ 7 ਕਰੋੜ ਸਾਨੂੰ ਹੋਰ ਚਾਹੀਦਾ. ਉਹਦੀ ਵੈਲਿਊ ਆ ਜਿਹੜੇ ਸਾਨੂੰ ਪੈਸੇ ਹੋਰ ਚਾਹੀਦੇ ਜਾਂ ਜਿਹੜਾ ਸਾਨੂੰ ਘਾਟਾ ਪਿਆ 8 ਕਰੋੜ ਘਾਟਾ ਪਿਆ ਮਤਲਬ 2 ਕਰੋੜ ਦਾ ਮਿਲਿਆ 8 ਕਰੋੜ ਸਾਨੂੰ 2 ਕਰੋੜ ਕਹਿ ਲਓ ਸਾਡੇ ਕੋਲ ਆ ਗਿਆ ਹੈ ਨਾ ਮੰਨ ਲਓ ਹੁਣ 15 ਕਰੋੜ ਦਾ ਆ ਤਾਂ 11 ਕਰੋੜ ਰੁਪਈਆ ਹੋਰ ਚਾਹੀਦਾ. ਹੁਣ ਉਹ ਪੈਸਾ ਕਿੱਥੋਂ ਆਉਣਾ ਉਹਦੀ ਡੈਪਰੀਸ਼ੀਏਸ਼ਨ ਵੈਲਿਊ ਆ ਤਾਂ ਕਿ ਮੰਨ ਲਓ ਆਪਾਂ ਨੂੰ 2 ਕਰੋੜ ਦੀ ਰਹੀ ਆ 8 ਕਰੋੜ ਸਾਨੂੰ ਘਾਟਾ ਪੈ ਰਿਹਾ ਤਾਂ 15 ਕਰੋੜ ਦਾ 7 ਕਰੋੜ ਸਾਨੂੰ ਹੋਰ ਚਾਹੀਦਾ ਨਾ. ਉਹ ਜਿਹੜੀ ਵੈਲਿਊ ਆ ਉਹ 14 ਕਰੋੜ ਰੁਪਈਆ ਜਾਂ 13 ਕਰੋੜ ਰੁਪਈਆ ਜਿਹੜਾ ਆ ਉਹ ਡੈਪਰੀਸ਼ੀਏਸ਼ਨ ਵੈਲਿਊ ਉਹ ਵੀ ਸਾਨੂੰ ਵਿੱਚ ਐਡ ਕਰਨੀ ਪੈਂਦੀ ਆ ਜਦੋਂ ਆਪਾਂ ਇਕਨੋਮਿਕਸ ਆਫ ਪਾਵਰ ਜਨਰੇਸ਼ਨ ਕੈਲਕੂਲੇਟ ਕਰਦੇ ਹਾਂ ਵੀ ਕਿੰਨਾ ਇੱਕ ਯੂਨਿਟ ਦੀ ਕਿੰਨੀ ਵੈਲਿਊ ਰੱਖਣੀ ਆ. ਮੰਨ ਲਓ ਇੱਕ ਯੂਨਿਟ ਦੇ ਆਪਾਂ 20 ਰੁਪਈਏ ਰੱਖਣੀ ਵੈਲਿਊ ਤਾਂ ਉਹਦੇ ਵਿੱਚ ਕੁਛ ਅਮਾਊਂਟ ਸਾਨੂੰ ਇੰਟਰਸਟ ਦਾ ਪਾਉਣਾ ਪਏਗਾ ਤਾਂ ਕੁਛ ਅਮਾਊਂਟ ਸਾਨੂੰ ਡੈਪਰੀਸ਼ੀਏਸ਼ਨ ਵੈਲਿਊ ਦਾ ਵੀ ਵਿੱਚ ਐਡ ਕਰਨਾ ਪਏਗਾ ਤਾਂ ਸਾਨੂੰ ਜਿਹੜਾ ਆ ਇਕਨੋਮਿਕਲ ਸਿਸਟਮ ਜਿਹੜਾ ਸਾਡਾ ਬੈਠਦਾ. ਇਸ ਤਰ੍ਹਾਂ ਨਹੀਂ ਆ ਕਿ ਆਪਾਂ ਜਨਰੇਟਰ ਲਾ ਲਿਆ ਬਿਜਲੀ ਜਨਰੇਟ ਕੀਤੀ ਸਪਲਾਈ ਵੇਚਤੀ ਲੇਕਿਨ ਪ੍ਰੋਫਿਟ ਵੀ ਨਹੀਂ ਕਮਾਇਆ ਅਤੇ ਆਪਾਂ ਪੱਲਿਓਂ ਪੈਸੇ ਲਾ ਕੇ ਫਿਰ 10 ਸਾਲਾਂ ਬਾਅਦ ਆਪਾਂ ਜਨਰੇਟਰ ਨਵਾਂ ਲਈਏ ਇਸ ਤਰ੍ਹਾਂ ਨਹੀਂ ਹੁੰਦਾ. ਐਂਡ ਦੈਟ is called interest and depreciation value. ਹੁਣ ਦੇਖੋ ਕੀ ਆ ਕਹਿੰਦਾ ਕਲਾਸੀਫਿਕੇਸ਼ਨ ਆਫ ਕਾਸਟ ਆਫ ਇਲੈਕਟ੍ਰਿਕ ਐਨਰਜੀ ਕਿੱਦਾਂ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਜਿਹੜੀਆਂ ਕਾਸਟ ਆਪਾਂ ਲੈਣੀਆਂ ਹੈਗੀਆਂ. ਕਹਿੰਦਾ ਟੂ ਡਿਡਿਊਸ ਦਾ ਪਾਵਰ ਜਨਰੇਸ਼ਨ ਇਕਨੋਮਿਕਸ ਇਫੈਕਟਿਵਲੀ ਵੀ ਸ਼ੁੱਡ ਨੋ ਦਾ ਸਟਰਕਚਰ ਆਫ ਐਨੂਅਲ ਐਕਸਪੈਂਡੀਚਰ ਆਫ ਦਾ ਪਲਾਂਟ ਐਂਡ ਫੈਕਟਰਸ ਅਫੈਕਟਿੰਗ ਦਮ. ਕਹਿੰਦਾ ਸਾਨੂੰ ਪਤਾ ਹੋਣਾ ਚਾਹੀਦਾ ਪੂਰੇ ਸਾਲ 'ਚ ਸਾਨੂੰ ਕਿਹੜੇ ਫੈਕਟਰ ਜਿਹੜੇ ਅਫੈਕਟ ਕਰਦੇ ਆ ਸਾਡੀ ਇਕੋਨਮੀ ਨੂੰ ਜਨਰੇਸ਼ਨ ਇਕੋਨਮੀ ਨੂੰ ਉਹ ਆਪਾਂ ਸਾਰੇ ਫੈਕਟਰ ਕੰਸੀਡਰ ਕਰਕੇ ਮੰਨਾਂਗੇ. ਦੈਟ ਕਹਿੰਦਾ ਦਾ ਟੋਟਲ ਐਨੂਅਲ ਐਕਸਪੈਂਡੀਚਰ ਆਫ ਦਾ ਪਲਾਂਟ ਕੈਨ ਬੀ ਕਲਾਸੀਫਾਈਡ ਇਨਟੂ ਸੈਵਰਲ ਸਬ ਹੈਡਿੰਗਸ. ਕਹਿੰਦਾ ਆਪਾਂ ਉਹਨਾਂ ਨੂੰ ਸਬ ਹੈਡਿੰਗਸ ਡਿਵਾਈਡ ਕਰ ਸਕਦੇ ਹਾਂ ਕਿੱਦਾਂ ਦੇਖੋ ਪਹਿਲਾਂ ਕਹਿੰਦਾ ਹੈਗਾ ਫਿਕਸਡ ਕਾਸਟ. ਕਿਹੜੀ ਕਾਸਟ ਹੈ ਇਹ ਕਹਿੰਦਾ ਦਾ ਫਿਕਸਡ ਚਾਰਜਿਸ ਆਰ ਇੰਡੀਪੈਂਡੈਂਟ ਆਫ ਕਪੈਸਿਟੀ ਆਫ ਪਲਾਂਟ ਔਰ ਵਿਦ ਪਲਾਂਟ ਆਪਰੇਸ਼ਨ.
मतलब ना तो प्लांट का ऑपरेशन मीनस रनिंग कॉस्ट जो सानू पैनी है, जो सानू खर्चा पैना उत्ते डिपेंड करता है कॉस्ट, तो ना ही जिहड़े किन्ने कैपेसिटी का आपां प्लांट लाउणा उत्ते डिपेंड करता। दीज कॉस्ट मीनस फिक्सड अंडर ऑल सरकमस्टेंसिस, भावें जो मर्जी कंडीशनस होण, ये जिहड़ी कॉस्ट है फिक्स रहिंदी है, ये आपां चेंज नहीं करते, इहनूं फिक्स रखते हैं। दीज मेनली इंक्लूड द सैलरीज ऑफ हायर ऑफिशियल्स of the central organization and the rent of land reserved for future expansion। मतलब ਆਪਾਂ future expansion ਕਰਨੀ ਆ ਤਾਂ ਜਾਂ ਜਿਹੜੀ ਸੈਂਟਰਲ ਆਰਗੇਨਾਈਜੇਸ਼ਨ ਜਿਹੜੀ ਸਾਡੇ ਸੂਰੇ ਸਿਸਟਮ ਨੂੰ ਚਲਾ ਰਹੀ ਹੈਗੀ, ਉਹਨਾਂ ਦੀਆਂ ਸੈਲਰੀਜ਼ ਜਿਹੜੀਆਂ ਹੋਣੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾ ਤਾਂ ਪਲਾਂਟ ਦੀ ਕਪੈਸਿਟੀ 'ਤੇ ਡਿਪੈਂਡ ਕਰਦੀਆਂ ਤੇ ਨਾ ਹੀ ਉਹਦੇ ਆਪਰੇਸ਼ਨ 'ਤੇ। ਇਸ ਕਰਕੇ ਆਪਾਂ ਉਹਨੂੰ ਮੰਨ ਲੈਂਦੇ ਹਾਂ ਫਿਕਸ ਕਾਸਟ। ਹੁਣ ਸੈਮੀ ਫਿਕਸ ਕਾਸਟ ਕੀ ਆ? ਕਹਿੰਦਾ ਇਟ ਇਜ਼ ਕਾਸਟ ਵਿਚ ਡਿਪੈਂਡਸ ਅਪੋਨ ਮੈਕਸਿਮਮ ਡਿਮਾਂਡ ਬਟ ਇਜ਼ ਇੰਡੀਪੈਂਡੈਂਟ ਆਫ ਐਨਰਜੀ ਜਨਰੇਟਡ। ਹੁਣ ਸੈਮੀ ਫਿਕਸ ਕਾਸਟ ਦਾ ਮਤਲਬ ਹੈ ਕਿ ਉਹ ਕਾਸਟ ਜਿਹੜੀ ਕਿ ਮੈਕਸਿਮਮ ਡਿਮਾਂਡ 'ਤੇ ਡਿਪੈਂਡ ਕਰਦੀ ਆ ਵੀ ਆਪਾਂ ਕਿੱਡਾ ਜਨਰੇਟਰ ਲਗਾਉਣਾ, ਕਿੱਡਾ ਆਲਟਰਨੇਟਰ, ਕਿੰਨੀ ਕਪੈਸਿਟੀ ਦਾ ਪਾਵਰ ਹਾਊਸ ਲਗਾਉਣਾ ਆ, ਉਹ 'ਤੇ ਡਿਪੈਂਡ ਕਰਦੀ ਆ। ਪਰ ਉਹ ਲਗਾ ਕੇ ਚਲਾਉਣਾ ਜਿਹੜਾ ਆ ਉਹ 'ਤੇ ਉਹ ਡਿਪੈਂਡ ਨਹੀਂ ਕਰਦੀ ਵੀ ਕਿਸ ਤਰ੍ਹਾਂ ਚਲਾਉਣਾ ਹੈ, ਕਿੱਦਾਂ ਚਲਾਉਣਾ, ਕਿ ਹਾਈਡਰੋ ਪਾਵਰ ਪਲਾਂਟ ਹੈ, ਕਿ ਥਰਮਲ ਪਲਾਂਟ ਹੈ, ਕਿ ਨਿਊਕਲੀਅਰ ਪਲਾਂਟ ਹੈ, ਕਿ ਡੀਜ਼ਲ ਪਲਾਂਟ ਹੈ, ਕਿਸ ਤਰ੍ਹਾਂ ਚੱਲਣਾ ਹੈ ਬਾਅਦ 'ਚ ਉਹਦੇ ਕੋਈ ਲਿੰਕ ਨਹੀਂ ਇਹਦੇ ਨਾਲ। ਸੈਮੀ ਫਿਕਸ ਕਾਸਟ ਦਾ ਇਹ ਲਿੰਕ ਕੀ ਆ ਵੀ ਕਿੰਨੀ ਕਪੈਸਿਟੀ ਦਾ ਆਪਾਂ ਉਹ ਪਲਾਂਟ ਲਗਾਉਣਾ ਆ। ਰਨਿੰਗ ਕਾਸਟ ਕੀ ਆ? ਹੁਣ ਪਲਾਂਟ ਲੱਗ ਗਿਆ, ਜਗ੍ਹਾ ਲੈ ਲਈ, ਪਲਾਂਟ ਲੱਗ ਗਿਆ, ਸਭ ਕੁਛ ਓਕੇ ਹੋ ਗਿਆ, ਹੁਣ ਆਪਾਂ ਨੂੰ ਚਲਾਉਣਾ। ਇਸ ਕਰਕੇ ਕੀ ਹੈ? ਇਟ ਇਜ਼ ਕਾਸਟ ਵਿਚ ਐਂਟਾਇਰਲੀ डिपेंड्स अपॉन द नंबर ऑफ यूनिट जनरेटेड। हुण किन्ने नंबर ऑफ यूनिट जनरेट किए, किन्ने जनरेट किए, वो जनरेट कदों होने आ? जदों आपां उस मशीन नूं चलावांगे। चलाउण लई उहदे लई फ्यूल्स, उहदी वेयर एंड टेयर, उहदे होर खर्चे जिहड़े आ वो जिहड़ी कॉस्ट आ वो डिपेंड करदी जिन्ना जनरेटर चला के आपां जिन्ने यूनिट्स जिहड़े वो जनरेट किए। इस करके उस जिहड़ी कॉस्ट नूं आपां कह दिंदे आ रनिंग कॉस्ट। एक्सप्रैशनस फॉर कॉस्ट ऑफ इलैक्ट्रिक एनर्जी, इहदे विच देखो कहंदा the overall cost of generation of electrical can be expressed in the following forms। ਕਿਹੜੀ ਹੈ? ਨੰਬਰ 1 3 part form, ਦੂਜੀ ਹੈ 2 part form। ਕਹਿੰਦਾ 3 part form ਦੇ ਵਿੱਚ in this system the overall annual cost, ਪੂਰੀ ਜਿਹੜੀ ਸਾਲ ਦੀ cost ਆ overall annual cost of electric energy is divided into 3 parts। ਤਿੰਨਾਂ ਪਾਰਟਸ ਜਿੱਦਾਂ ਆਪਾਂ ਪਹਿਲਾਂ ਪੜਿਆ 3 ਪਾਰਟਸ ਹੁੰਦੇ, ਤਿੰਨਾਂ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਫਿਕਸ ਕਾਸਟ ਵੀ ਲੈਂਦੇ ਹਾਂ, ਸੈਮੀ ਫਿਕਸ ਵੀ ਲੈਂਦੇ ਹਾਂ ਤੇ ਰਨਿੰਗ ਕਾਸਟ ਵੀ ਲੈਂਦੇ ਹਾਂ। ਇਸ ਕਰਕੇ ਕਹਿੰਦਾ ਟੋਟਲ ਐਨੂਅਲ ਕਾਸਟ ਆਫ ਐਨਰਜੀ ਕੀ ਬਣ ਗਈ? ਫਿਕਸ ਕਾਸਟ ਪਲੱਸ ਸੈਮੀ ਫਿਕਸ ਕਾਸਟ ਪਲੱਸ ਰਨਿੰਗ ਕਾਸਟ। ਹੁਣ ਆਪਾਂ ਇਹਦੇ ਵਿੱਚ ਫਿਕਸ ਕਾਸਟ ਜਿਹੜੀ ਆ ਪਹਿਲਾਂ ਦੱਸਿਆ ਸੀ, ਆਪਾਂ ਡਿਸਕਸ ਕੀਤਾ ਕਿ ਕਿਸੇ ਚੀਜ਼ 'ਤੇ ਡਿਪੈਂਡ ਨਹੀਂ ਕਰਦੀ, ਨਾ ਇਹ ਮੈਕਸਿਮਮ ਡਿਮਾਂਡ 'ਤੇ ਡਿਪੈਂਡ ਕਰਦੀ ਆ ਔਰ ਨਾ ਇਹ ਡਿਪੈਂਡ ਕਰਦੀ ਹੈਗੀ ਰਨਿੰਗ ਕਾਸਟ 'ਤੇ। ਇਸ ਕਰਕੇ ਇਹ ਕੌਂਸਟੈਂਟ ਰਹਿੰਦੀ ਹੈ। ਇਸ ਕਰਕੇ ਟੋਟਲ ਕਾਸਟ ਕੀ ਬਣ ਗਈ? ਦੇਖੋ ਥੱਲੇ ਲਾਈਨ ਲਿਖੀ ਹੈ, ਟੋਟਲ ਕਾਸਟ ਇਕੁਅਲ ਟੂ ਕੌਂਸਟੈਂਟ, ਕੋਈ ਕੌਂਸਟੈਂਟ ਵੈਲਿਊ ਆਪਾਂ ਫਿਕਸ ਕਰ ਲਈ, ਪਲੱਸ ਸੈਮੀ ਫਿਕਸ ਕਾਸਟ ਇਹ ਕੀ ਬਣੀ? ਪ੍ਰੋਪੋਰਸ਼ਨਲ ਟੂ ਮੈਕਸਿਮਮ ਡਿਮਾਂਡ, ਕਿਉਂਕਿ ਸੈਮੀ ਫਿਕਸ ਆ ਮੈਕਸਿਮਮ ਡਿਮਾਂਡ 'ਤੇ ਡਿਪੈਂਡ ਕਰਦੀ ਆ, ਇਸ ਕਰਕੇ ਪ੍ਰੋਪੋਰਸ਼ਨਲ ਟੂ ਮੈਕਸਿਮਮ ਡਿਮਾਂਡ, ਪਲੱਸ ਤੀਜੀ ਰਨਿੰਗ ਕਾਸਟ ਆ ਇਹ ਕਿਤੇ ਆ ਪ੍ਰੋਪੋਰਸ਼ਨਲ ਟੂ KWH ਜਨਰੇਟਰ। KWH ਕੀ ਆ? ਯੂਨਿਟਸ। KWH ਜਨਰੇਟਰ ਕਿੰਨੀ ਆਪਾਂ એનર્ਜੀ ਜਨਰੇਟ ਕੀਤੀ ਉਹਦੇ ਪ੍ਰੋਪੋਰਸ਼ਨਲ ਹੁੰਦੀ ਹੈਗੀ ਆ, ਤੇ ਇਹਨੂੰ ਆਪਾਂ ਮੰਨ ਸਕਦੇ ਹਾਂ ਇਕੁਅਲ ਟੂ, ਥੱਲੇ ਦੇਖੋ ਰੁਪੀਜ਼ ਬ੍ਰੈਕਟ ਦੇ ਵਿੱਚ ਲਿਖਿਆ A ਕਾਂਸਟੈਂਟ ਵੈਲਿਊ ਲੈ ਲਈ, ਪਲੱਸ B ਇਹ ਪ੍ਰੋਪੋਰਸ਼ਨੇਟ ਵੈਲਿਊ ਜੋ ਹੈ ਕਿਲੋ ਵਾਟਸ ਮੈਕਸਿਮਮ ਡਿਮਾਂਡ ਉਹਦੀ, ਪਲੱਸ C KWH। ਹੁਣ ਇਹਦੇ ਵਿੱਚ A ਦੇ ਨਾਲ ਕੋਈ ਵੇਰੀਏਬਲ ਨਹੀਂ ਹੈ, ਇਸ ਕਰਕੇ ਉਹ ਫਿਕਸ ਹੈਗੀ ਆ। B ਦੇ ਨਾਲ ਵੇਰੀਏਬਲ ਹੈਗਾ KW ਤੇ C ਨਾਲ ਵੇਰੀਏਬਲ ਹੈਗਾ KWH। ਮਤਲਬ ਕਹਿੰਦਾ ਭਾਵ ਹੈ B ਕਾਸਟ ਜਿਹੜੀ KW 'ਤੇ ਡਿਪੈਂਡ ਕਰਦੀ ਆ ਤੇ C ਕਾਸਟ ਜਿਹੜੀ ਆ ਉਹ KWH 'ਤੇ, KWH ਮੀਨਸ ਯੂਨਿਟਸ 'ਤੇ ਡਿਪੈਂਡ ਕਰਦੀ ਆ। ਇਸ ਤਰ੍ਹਾਂ ਆਪਾਂ 3 part form ਜਿਹੜੀ ਆਪਾਂ ਇਹ ਕੈਲਕੂਲੇਟ ਕਰ ਸਕਦੇ ਹੈਗੇ ਹਾਂ। 2 part form ਹੁਣ ਦੇਖੋ ਇਹਦੇ ਵਿੱਚ ਕਹਿੰਦਾ ਕਿ ਆਪਾਂ ਕਹਿੰਦਾ ਜ਼ੂਮ ਕਰ ਸਕਦੇ ਹਾਂ, ਮਤਲਬ ਮੰਨ ਲੈਂਦੇ ਆਪਾਂ ਵੀ ਕੁਝ ਕਾਸਟ ਜਿਹੜੀਆਂ ਸਿਰਫ ਰਨਿੰਗ ਕਾਸਟ ਨੂੰ ਛੱਡ ਕੇ ਬਾਕੀ ਸਾਰੀਆਂ ਕਾਸਟ ਜਿਹੜਾ ਅਗਰ ਇੱਕ ਜਗ੍ਹਾ 'ਤੇ ਇਕੱਠੀਆਂ ਕਰ ਲਈਏ ਤਾਂ ਸਾਰੀ ਕਾਸਟ ਜਿਹੜੀਆਂ ਮੈਕਸਿਮਮ ਡਿਮਾਂਡ ਦੇ ਡਿਪੈਂਡ ਕਰੇ, ਤਾਂ ਉਸ ਕੇਸ ਵਿੱਚ ਆਪਾਂ ਜਿਹੜੇ 3 part form ਨੂੰ 2 part form ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕਿੱਦਾਂ? ਦੇਖੋ ਥੱਲੇ ਟੋਟਲ ਕਾਸਟ ਕੀ ਆ? ਇਕੁਅਲ ਟੂ ਰੁਪੀਜ਼ ਬ੍ਰੈਕਟ ਦੇ ਵਿੱਚ ਦੇਖੋ ਲਿਖਿਆ ਕੈਪੀਟਲ A। ਕੈਪੀਟਲ A ਦਾ ਮਤਲਬ ਕੀ ਆ? ਕਿ ਜਿਹੜਾ ਪਹਿਲਾਂ ਆਪਾਂ 3 part ਦੇ ਵਿੱਚ ਦੇਖਿਆ ਸੀ ਸਮਾਲ a ਪਲੱਸ B KW, ਹੁਣ B ਤੇ A ਆਪਾਂ ਇਕੱਠਾ ਕਰ ਦਿੱਤਾ ਉਹ ਬਣ ਗਿਆ ਕੈਪੀਟਲ A। ਹੁਣ ਇਹਦੇ ਵਿੱਚ ਜਿਹੜੀ ਆ ਫਿਕਸ ਕਾਸਟ ਵੀ ਆ ਤੇ ਸੈਮੀ ਫਿਕਸ ਕਾਸਟ ਵੀ ਆ, ਲੇਕਿਨ ਇਹ ਵੇਰੀ ਕਰਦੀ ਹੈਗੀ ਆ। ਵੇਰੀਏਬਲ ਕੀ ਇਹਦਾ? KW ਤੇ ਡਿਪੈਂਡ ਕਰਦੀ ਹੈਗੀ ਇਹ ਕਾਸਟ, ਪਲੱਸ B ਐਜ਼ ਇਟ ਇਜ਼ ਪਹਿਲਾਂ, ਕਿਉਂਕਿ ਆਪਾਂ ਛੱਡ ਦਿੱਤੀ ਸੀ ਇਸ ਕਰਕੇ ਐਜ਼ ਇਟ ਇਜ਼ ਪਹਿਲਾਂ ਵਾਂਗੂ ਹੈ B ਕਾਂਸਟੈਂਟ, ਲੇਕਿਨ ਡਿਪੈਂਡ ਕਿਤੇ ਕਰਦਾ KWH ਤੇ, ਕਿੰਨੀ ਆਪਾਂ એનર્ਜੀ ਜਨਰੇਟ ਕਰਨੀ ਆ ਉਹ 'ਤੇ ਡਿਪੈਂਡ ਕਰਦਾ ਹੈਗਾ। where ਕਹਿੰਦਾ A is the cost per unit maximum demand and B is the running cost of producing 1 unit of electrical cost। ਮਤਲਬ 2 part ਤੇ 3 part 'ਚ ਫਰਕ ਕੀ ਆ ਕਿ 3 part ਦੇ ਵਿੱਚ ਆਪਾਂ ਤਿੰਨੇ ਕਾਸਟ ਅਲੱਗ-ਅਲੱਗ ਲਈਆਂ ਸੀਗੀਆਂ ਤੇ 2 part ਕਾਸਟ ਦੇ ਵਿੱਚ ਆਪਾਂ ਕੀ ਕੀਤਾ ਕਿ ਸੈਮੀ ਫਿਕਸਡ ਤੇ ਸੈਮੀ ਫਿਕਸ ਇਕੱਠੀ ਕਰਕੇ ਇੱਕ ਕਰਕੇ ਉਹਨੂੰ ਕੈਪੀਟਲ A ਮੰਨ ਕੇ ਆਪਾਂ ਨੂੰ
KW ਉਹਦਾ ਵੇਰੀਏਬਲ ਬਣਾਤਾ ਤੇ ਦੂਜੀ ਜਿਹੜੀ ਕਾਸਟ B ਰਨਿੰਗ ਵਾਲੀ ਆ B ਕਾਂਸਟੈਂਟ ਤੇ ਉਹਦੇ ਨਾਲ ਉਹਦਾ ਵੇਰੀਏਬਲ ਹੈਗਾ KWH ਜਿੰਨੀ ਆਪਾਂ એનર્ਜੀ ਜਨਰੇਟ ਕਰਨੀ ਆ ਉਹ ਤੇ ਡਿਪੈਂਡ ਕਰਦਾ ਹੈਗਾ। ਇਸ ਤਰ੍ਹਾਂ 2 ਪਾਰਟ ਤੇ 3 ਪਾਰਟ ਫਾਰਮ ਦੇ ਵਿੱਚ ਆਪਾਂ ਜਿਹੜੀ એનર્ਜੀ ਹੈ ਜਿਹੜੀ ਇਹਦਾ ਫਾਰਮੂਲਾ ਹੈ ਜਾਂ ਇਹਦੀ ਕੈਲਕੂਲੇਸ਼ਨ ਆ ਜਾਂ ਇਕਨੋਮਿਕ ਜਿਹੜੀ ਆਪਾਂ ਇੱਥੇ ਸੈੱਟ ਕਰ ਸਕਦੇ ਹਾਂ।